ਸਾਥੀਓ ਅੱਜ ਅਸੀਂ ਖੜੇ ਹਾਂ ਹਰਗੋਬਿੰਦ ਨਗਰ ਫਗਵਾੜਾ ਜਿੱਥੇ ਮਹਾਤਮਾ ਬੁੱਧ ਜੀ ਦਾ ਸਟੈਚੂ ਜਿੱਥੇ ਭੀਮ ਰਾਓ ਅੰਬੇਡਕਰ ਜੀ ਜੋਤੀ ਰਾਓ ਫੂਲੇ ਜੀ ਦਾ ਸਟੈਚੂ ਬਿਰਾਜਮਾਨ ਹੈ। ਇਹ ਪਾਰਕ ਬਣਾਈ ਗਈ ਆ। ਇੱਕ ਬਹੁਤ ਵੱਡਾ ਕਦਮ ਆ ਉਪਰਾਲਾ ਆ ਜਿਹੜਾ ਫਗਵਾੜੇ ਦੀਆਂ ਸੰਗਤਾਂ ਵੱਲੋਂ ਜਾਂ ਬਾਹਰਲੇ ਲੋਕਾਂ ਵੱਲੋਂ ਇੱਥੇ ਸਟੈਚੂ ਬਿਰਾਜਮਾਨ ਕੀਤਾ ਗਿਆ। ਬਹੁਤ ਨਿਵੇਕਲੀ ਗੱਲ ਆ ਕਿ ਬਹੁਤ ਸਾਰਾ ਇਸ ਪਾਰਕ ਤੇ ਪੈਸਾ ਤੇ ਦੇਖਭਾਲ ਦੇ ਲਈ ਬਹੁਤ ਸਾਰਾ ਇੱਥੇ ਵਕਤ ਦਿੱਤਾ ਗਿਆ। ਆਓ ਮੈਂ ਤੁਹਾਨੂੰ ਅੰਦਰਲੀਆਂ ਦਿਖਾਦਾ ਕਿ ਕਿਵੇਂ ਇੱਥੇ ਤਿਆਰੀਆਂ ਚੱਲ ਰਹੀਆਂ। ਜਿਹੜਾ 14 ਅਪ੍ਰੈਲ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਆ ਰਿਹਾ, ਜਿਹੜਾ ਪੂਰੇ ਵਰਲਡ ਦੇ ਵਿੱਚ ਬੜੀਆਂ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ। ਫਗਵਾੜਾ ਦੇ ਵਿੱਚ ਵੀ ਇਹੋ ਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਕਿ ਬਹੁਤ ਸਾਰੇ ਲੋਕ ਆ ਜੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਦੇ ਨਾਲ ਜੁੜੇ ਹੋਏ ਆ। ਅੰਬੇਡਕਰ ਸੈਨਾ ਦੇ ਪ੍ਰੈਜ਼ੀਡੈਂਟ ਆ ਜਿਹੜੇ ਉਹਨਾਂ ਨਾਲ ਗੱਲ ਕਰਾਉਂਦਾ ਕੱਲ੍ਹ ਦੇ ਪ੍ਰੋਗਰਾਮ ਦੇ ਮੱਦੇਨਜ਼ਰ। ਸਾਥੀਓ, ਅੰਬੇਡਕਰ ਸੈਨਾ ਮੂਲ ਵਾਸੀ ਦੇ ਪ੍ਰੈਜ਼ੀਡੈਂਟ ਹਰਭਜਨ ਸੁਮਨ ਜੀ ਨਾਲ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਕੱਲ੍ਹ ਦਾ ਪ੍ਰੋਗਰਾਮ ਦੀਆਂ ਕੀ ਤਿਆਰੀਆਂ ਆ ਤੇ ਕਿਵੇਂ ਤੁਸੀਂ ਅਲੱਗ ਤਰੀਕੇ ਦੇ ਨਾਲ ਇੱਥੇ ਪ੍ਰੋਗਰਾਮ ਕਰਦੇ ਆ ਸਾਰੇ ਸਮਾਜ ਦੀ ਸਹਾਇਤਾ ਦੇ ਨਾਲ। ਹਾਂਜੀ ਸੁਮਨ ਜੀ। ਸਭ ਤੋਂ ਪਹਿਲਾਂ ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਕਰਨ ਜੀ ਉਪਰਾਲਾ ਕਰਦੇ ਹੋ। ਰਿਹਾ ਤੁਹਾਡਾ ਸਵਾਲ ਕਿ ਕੀ ਕਰ ਰਹੇ ਹੋ, ਅਸੀਂ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਮਾਧਿਅਮ ਤੋਂ ਫਗਵਾੜਾ ਵਿੱਚ 20 ਸਾਲ ਤੋਂ ਵਰਕ ਕਰ ਰਹੇ ਹਾਂ ਔਰ 20 ਸਾਲ ਤੋਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਅੰਬੇਡਕਰ ਸੈਨਾ ਦੇ ਮਾਧਿਅਮ ਤੋਂ। ਔਰ ਇਸ ਵਾਰ ਅਸੀਂ ਸਾਰੇ ਸਮਾਜ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝਾ ਫਰੰਟ ਬਣਾਇਆ। ਉਹ 'ਚ ਬਾਲਮੀਕ ਭਾਈਚਾਰੇ ਦੇ ਜਥੇਬੰਦੀਆਂ ਅਤੇ ਹੋਰ ਵੀ ਜਿਹੜੀਆਂ ਫਗਵਾੜਾ ਦੇ ਜਥੇਬੰਦੀਆਂ ਕੰਮ ਕਰਦੀਆਂ ਰਵਿਦਾਸ ਮਹਾਰਾਜ ਨਾਂ 'ਤੇ, ਬੁੱਧਾ ਦੇ ਨਾਂ 'ਤੇ ਬਾਬਾ ਸਾਹਿਬ ਦੇ ਨਾਲ 'ਤੇ ਅਸੀਂ ਇੱਕ ਸਾਂਝਾ ਫਰੰਟ ਬਣਾਇਆ। ਉਹਦੇ ਵੱਲੋਂ ਫਗਵਾੜੇ ਵਿੱਚ ਸ਼ੋਭਾ ਯਾਤਰਾ ਕੱਢ ਰਹੇ ਹਾਂ ਕੱਲ੍ਹ 11 ਅਪ੍ਰੈਲ ਨੂੰ, ਅਤੇ 14 ਅਪ੍ਰੈਲ ਰਾਤ ਦਾ ਪ੍ਰੋਗਰਾਮ ਹੈ ਜਿਸ 'ਚ ਸਾਡੇ ਮਿਸ਼ਨਰੀ ਸਾਥੀ ਔਰ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅਤੇ ਜੋਤੀ ਰਾਓ ਫੂਲੇ 'ਤੇ ਨਾਟਕ ਖੇਡਦੇ ਹਨ ਉਹ ਮੰਡਲੀਆਂ ਆ ਰਹੀਆਂ ਨੇ ਜੋ ਸਮਾਜ ਨੂੰ ਅਵੇਅਰ ਕਰਨਗੀਆਂ। ਸੋ ਅਸੀਂ ਡਾਕਟਰ ਅੰਬੇਡਕਰ ਸੈਨਾ ਮੂਲ ਵਾਸੀ ਦੇ ਮਾਧਿਅਮ ਤੋਂ ਫਗਵਾੜੇ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਹਾਂ, ਜਿਹਦੇ ਮਾਧਿਅਮ ਤੋਂ ਕਿਹੜੀ ਬੜੀ ਐਕਟੀਵਿਟੀ ਸਾਡੀ ਰਹਿੰਦੀ ਹੈ। ਤੋ ਅਸੀਂ ਕੱਲ੍ਹ 9 ਤਰੀਕ ਜਿਹੜੀ ਕੱਲ੍ਹ ਲੰਘ ਕੇ ਗਈ ਹੈ, ਅਸੀਂ ਸਾਂਝਾ ਫਰੰਟ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ 'ਤੇ, ਜੋਤੀ ਰਾਓ ਫੂਲੇ ਜੀ ਦੇ ਜੀਵਨ 'ਤੇ, ਉਹਨਾਂ ਦੀ ਲਾਈਫ 'ਤੇ ਪੇਪਰ ਲਿਆ 2 ਕੈਟਾਗਰੀਆਂ ਤੋਂ, ਇੱਕ 5ਵੀਂ ਤੋਂ 8ਵੀਂ ਔਰ 9ਵੀਂ ਤੋਂ 12ਵੀਂ। ਤੋ ਇੱਦਾਂ ਹੀ ਬੱਚਿਆਂ ਦੇ ਡਰਾਇੰਗ ਕੀਤੇ ਔਰ ਗੀਤ ਮੁਕਾਬਲਾ ਵੀ ਕੀਤਾ ਗਿਆ ਜਿਹਦਾ 14 ਅਪ੍ਰੈਲ ਨੂੰ ਸ਼ਾਮ ਨੂੰ ਇੱਥੇ ਰਿਜ਼ਲਟ ਆਵੇਗਾ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਸੰਦੇਸ਼ ਸੀ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਇਤਿਹਾਸ ਨਹੀਂ ਸਿਰ ਸਕਦੀਆਂ, ਅੰਬੇਡਕਰ ਸੈਨਾ ਮੂਲ ਵਾਸੀ ਉਸੇ ਵਿਸ਼ੇ 'ਤੇ ਕੰਮ ਕਰਦੀ ਹੋਈ ਆਪਣੇ ਨੌਜਵਾਨਾਂ ਨੂੰ ਜੋੜਦੀ ਆ ਅਤੇ ਵੱਧ ਤੋਂ ਵੱਧ ਜਿੰਨੀ ਛੋਟੀ ਉਮਰ ਦੇ ਬੱਚੇ ਹੋਣਗੇ ਉਹਨਾਂ ਨੂੰ ਤਿਆਰ ਕਰਦੀ ਆ। ਕਿਉਂਕਿ ਜਿਹੜੇ ਸਕੂਲਾਂ 'ਚ ਅਸੀਂ ਸਾਡੇ ਬੱਚੇ ਪੜ੍ਹਦੇ ਆ ਉਹ ਸਕੂਲਾਂ 'ਚ ਸਾਨੂੰ ਆਪਣੇ ਮਹਾਂਪੁਰਸ਼ਾਂ ਦਾ ਮਿਸ਼ਨ ਨਹੀਂ ਮਿਲਦਾ, ਉੱਥੇ ਉਹੀ ਸਾਨੂੰ ਮਿਸ਼ਨ ਮਿਲਦਾ ਜਿਹੜਾ ਸਾਡੇ ਮਹਾਂਪੁਰਸ਼ਾਂ ਦੇ ਸਾਨੂੰ ਮਨ੍ਹਾ ਕੀਤਾ ਹੋਇਆ, ਮਗਰ ਸਾਡੇ ਕੋਲ ਚਾਰਾ ਕੋਈ ਨਹੀਂ। ਇਸ ਦੇ ਲਈ ਵੀ ਅਸੀਂ ਇੱਕ ਬੜਾ ਵੱਡਾ ਉਪਰਾਲਾ ਕੀਤਾ ਫਗਵਾੜੇ ਦੇ ਵਿੱਚ। ਅਸੀਂ ਆਪਣੇ ਪੜ੍ਹੇ ਲਿਖੇ ਲੋਕਾਂ ਦਾ ਇੱਕ ਟਰਸਟ ਬਣਾਇਆ, ਡਾਕਟਰ ਅੰਬੇਡਕਰ ਟਰਸਟ ਫॉर ਐਜੂਕੇਸ਼ਨ ਐਂਡ ਲਰਨਿੰਗ। ਉਹਦੇ ਮਾਧਿਅਮ ਤੋਂ ਅਸੀਂ 1.5 ਕਰੋੜ ਦੀ ਬਾਈਪਾਸ ਉੱਪਰ 2 ਖੇਤ ਜਗ੍ਹਾ ਲਈ ਹੈ ਜਿੱਥੇ ਆਉਣ ਵਾਲੇ ਸਮੇਂ 'ਚ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਨਾਂ 'ਤੇ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸਕੂਲ ਬਣਾਉਣ ਜਾ ਰਹੇ ਹਾਂ, ਜਿਹਦੇ ਵਿੱਚ ਸਾਡਾ ਗੁਪਤ ਏਜੰਡਾ ਇਹ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਮਰ ਗਏ ਆ ਜਾਂ ਜਿਹੜੇ ਪੜ੍ਹਾ ਨਹੀਂ ਸਕਦੇ ਉਹਨਾਂ ਨੂੰ ਅਸੀਂ ਦਿਮਾਗੀ ਤੌਰ 'ਤੇ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੋੜਨ ਲਈ ਰੱਖਾਂਗੇ। ਔਰ ਜਿੱਦਾਂ ਮੁਸਲਮਾਨਾਂ ਦੇ ਮਦਰਸੇ ਹਨ, ਸਿੱਖਾਂ ਦੀਆਂ ਅਕਾਲ ਅਕੈਡਮੀਆਂ ਹਨ, ਇਸ ਤਰ੍ਹਾਂ ਦਾ ਸਾਡਾ ਕਿਤੇ ਵੀ ਕੋਈ ਸਕੂਲ ਨਹੀਂ ਹੈ। ਅਸੀਂ ਆਪਣੇ ਬੱਚਿਆਂ ਨੂੰ ਅਗਰ ਆਪਣੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨਾਲ ਜੋੜਨਾ ਹੋਵੇ, ਹੋਸਟਲ 'ਤੇ ਛੱਡਣਾ ਹੋਵੇ, ਦੂਰ ਦੂਰ ਤੱਕ ਇੱਦਾਂ ਦੀ ਵਿਵਸਥਾ ਨਹੀਂ ਹੈ, ਉਹ ਅਸੀਂ ਫਗਵਾੜੇ ਵਿੱਚ ਵਿਵਸਥਾ ਕਰਨ ਜਾ ਰਹੇ ਹਾਂ। ਸੋ ਜਿੱਥੇ ਵੀ ਸਾਡੀ ਆਵਾਜ਼ ਆਉਂਦੀ ਹੈ, ਸਾਡੀ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਧਾਰਮਿਕ ਸਥਾਨ ਅਸੀਂ ਬਹੁਤ ਬਣਾ ਲਏ, ਆਓ ਅਸੀਂ ਮਿਲ ਕੇ ਇੱਕ ਇੱਦਾਂ ਦਾ ਜਗ੍ਹਾ ਬਣਾਈਏ ਜਿੱਥੇ ਬਾਬਾ ਸਾਹਿਬ ਦਾ ਮਿਸ਼ਨ ਪੂਰਾ ਕਰਨ ਲਈ ਉਪਰਾਲਾ ਕੀਤਾ ਜਾਵੇ। ISP IPS ਜੱਜ, ਵਕੀਲ, ਇੰਜੀਨੀਅਰ ਤਿਆਰ ਕੀਤੇ ਜਾਣ ਜੋ ਤਿਆਰ ਹੋ ਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਪੇ ਬੈਕ ਟੂ ਸੋਸਾਇਟੀ ਕਰਨ। ਸੁਮਨ ਜੀ, ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਫਗਵਾੜੇ ਦੇ ਵਿੱਚ ਤੁਹਾਡੀ ਟੀਮ ਦੀ ਇਹ ਖਾਸੀਅਤ ਹੈ ਕਿ ਇੱਕ ਤਾਂ ਹੁੰਦਾ ਬਾਬਾ ਸਾਹਿਬ ਦੇ ਨਾਂ 'ਤੇ ਉੱਦਾਂ ਚਲਾਉਣਾ, ਤੁਸੀਂ ਐਜੂਕੇਟਡ ਵੀ ਆ, ਤੁਸੀਂ ਸਮਝਾਉਂਦੇ ਵੀ, ਸਭ ਕੁਝ ਕਰਦੇ ਆ, ਪਰ ਕਿੱਥੇ ਉੱਥੇ ਅੱਧ ਕਥਨੀ ਆ ਕਿ ਲੋਕ ਹੁਣ ਮਨਾਉਣਗੇ ਵੀ ਪਿੰਡਾਂ ਦੇ ਵਿੱਚ, ਉਹੀ ਵੀ ਬਾਅਦ 'ਚ ਡੇਰਿਆਂ 'ਤੇ ਤੁਰੇ ਫਿਰਦੇ ਹੁੰਦੇ, ਢੋਲਕੀਆਂ ਛਾਣੇ ਜਾਂ ਕਹਿ ਲਓ ਟਰਾਲੀਆਂ ਹੁਣ ਭਰੀਆਂ ਜਾ ਰਹੀਆਂ ਪਾਣਾ 'ਚ। ਉਹਨਾਂ ਲੋਕਾਂ ਲਈ ਤੁਹਾਡਾ ਕੀ ਕਹਿਣਾ? ਸਾਡੇ ਵਿੱਚ ਕੋਟ ਅਸੀਂ ਨਹੀਂ ਸਮਝਾ ਸਕੇ ਜਾਂ ਉਹ ਨਹੀਂ ਸਮਝ ਸਕੇ? ਦੇਖੋ, ਦੋਸ਼ ਕਿਸੇ ਇੱਕ ਦਾ ਨਹੀਂ ਹੁੰਦਾ, ਉਹ 'ਚ ਸਾਡਾ ਵੀ ਦੋਸ਼ ਹੈ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਬਾਬਾ ਸਾਹਿਬ ਦੇ ਸਿਪਾ ਸਲਾਰ ਮੰਨਦੇ ਆ
ਔਰ ਦੋਸ਼ ਉਹਨਾਂ ਦਾ ਵੀ ਹੈ ਜਿਹੜੇ ਸਮਝਦੇ ਨੇ। ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨ ਸੰਸਥਾਵਾਂ, ਸਾਡਾ ਦੋਸ਼ ਇਸ ਤਰ੍ਹਾਂ ਦਾ ਹੈ ਕਿ ਗੱਡੀ ਨੂੰ ਚਲਾਉਣ ਲਈ ਪੈਟਰੋਲ ਚਾਹੀਦਾ ਹੁੰਦਾ, ਲੈਕਟੇਚਰ ਚਾਹੀਦਾ ਹੁੰਦਾ। ਅੱਜ ਈਸਾਈਆਂ ਦੀਆਂ ਜਥੇਬੰਦੀਆਂ ਉੱਥੇ ਵੀ ਪਹੁੰਚ ਗਈਆਂ ਜਿੱਥੇ ਕੋਈ ਇਨਸਾਨ ਵੀ ਨਹੀਂ ਪਹੁੰਚ ਸਕਦਾ। ਬਿਲਕੁਲ। ਸੋ ਇਹਦੇ ਵਿੱਚ ਦੋਸ਼ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਆਪਣੇ ਘਰ ਤਾਂ ਵੱਡੇ ਵੱਡੇ ਬਣਾ ਲਏ, ਪਰ ਬਾਬਾ ਸਾਹਿਬ ਦੇ ਨਾਂ ਤੇ ਚੱਲ ਰਹੀਆਂ ਜਥੇਬੰਦੀਆਂ ਕੰਮ ਦੇ ਸਪੋਰਟ ਨਹੀਂ ਕੀਤੀ। ਅਗਰ ਸਾਨੂੰ ਵੀ ਉਨੀ ਸਪੋਰਟ ਮਿਲੇ, ਗੱਡੀਆਂ ਦਾ ਡੀਜ਼ਲ ਮਿਲੇ, ਪੇ ਬੈਕ ਟੂ ਸੁਸਾਇਟੀ ਕਰਨ ਲਈ, ਘਰਾਂ ਦੇ ਖਰਚੇ ਹੋਣ, ਲੈਕਟੇਚਰ ਹੋਣ, ਤਾਂ ਅਸੀਂ ਵੀ ਕਿਸੇ ਨਾਲੋਂ ਘੱਟ ਕੰਮ ਨਾ ਕਰੀਏ। ਸਾਡੀਆਂ ਆਪਣੀਆਂ ਮਜਬੂਰੀਆਂ। ਔਰ ਬਾਬਾ ਸਾਹਿਬ ਦੇ ਨਾਂ ਤੇ ਜਿਹੜੇ ਲੋਕ ਪ੍ਰੋਗਰਾਮ ਕਰਦੇ ਆ, ਉਹ ਤੀਜੇ ਦਿਨ ਉਹਨਾਂ ਦੇ ਸਿਰ ਤੇ ਹੀ ਬਾਬਾ ਬਾਲਕ ਨਾਥ ਆਇਆ ਹੁੰਦਾ। ਇਹਦਾ ਕਾਰਨ ਇਹ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਲੋਕਾਂ 'ਚ ਦਿਖਾਲਣ ਲਈ ਪ੍ਰੋਗਰਾਮ ਕਰਦੇ ਆ, ਕੋਈ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਪ੍ਰੋਗਰਾਮ ਹੁੰਦੇ ਆ। ਸੋ ਇਹ ਤਾਂ ਬੜੀ ਸ਼ਰਮ ਦੀ ਗੱਲ ਹੈ ਉਹਨਾਂ ਲੋਕਾਂ ਲਈ ਕਿ ਜਿਹੜੇ ਬਾਬਾ ਸਾਹਿਬ ਦਾ ਪ੍ਰੋਗਰਾਮ ਵੀ ਕਰਦੇ ਆ ਔਰ ਘਰ ਦੇ ਵਿੱਚ ਬਾਬੇ ਬਾਲਕ ਨਾਥ ਦੀ ਚੌਂਕੀ ਵੀ ਲਾਉਂਦੇ ਆ। ਸੋ ਮੈਂ ਆਸ ਕਰਦਾ ਕਿ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। ਜੇ ਉਹ ਨਹੀਂ ਸੁਧਰਨਗੇ ਤਾਂ ਉਹਨਾਂ ਦੇ ਬੱਚੇ ਇੱਕ ਦਿਨ ਜ਼ਰੂਰ ਸੁਧਰਨਗੇ। ਮਗਰ ਸਾਨੂੰ ਬਾਬਾ ਸਾਹਿਬ ਅੰਬੇਡਕਰ ਨੇ ਵੀ ਆਪਣੀ ਲਿਖਤ ਦੇ ਵਿੱਚ ਲਿਖਿਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਿ ਸਾਨੂੰ ਈਸਾਈਆਂ ਦੀਆਂ ਸੰਸਥਾਵਾਂ ਵਾਂਗ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਜੋ ਈਸਾਈ ਕੰਮ ਕਰਦੇ ਉਹ ਇਸ ਦੇਸ਼ ਦੇ ਵਿੱਚ ਕੋਈ ਕੰਮ ਨਹੀਂ ਕਰਦੇ। ਮਗਰ ਈਸਾਈਆਂ ਨੇ ਵੀ ਬੁੱਧਿਜ਼ਮ ਦੇ ਜਿਹੜੇ ਭੰਤੇ ਸੀ ਉਸ ਜ਼ਮਾਨੇ ਜਿਸ ਤਰੀਕੇ ਨਾਲ ਕੰਮ ਕਰਦੇ ਸੀ ਉਹਨਾਂ ਨੇ ਸਿੱਖਿਆ ਸੀ, ਕਿਉਂਕਿ ਈਸਾਈ ਮਤ ਬਾਅਦ ਚ ਆਇਆ, ਬੁੱਧਿਜ਼ਮ ਪਹਿਲਾਂ ਆਇਆ। ਤੋਂ ਸੋ ਅਸੀਂ ਆਪਣੇ ਵਿਰਸੇ ਤੋਂ ਦੂਰ ਹੋ ਗਏ। ਅੰਬੇਡਕਰ ਸੈਨਾ ਮੂਲ ਨਿਵਾਸੀ ਦਾ ਇੱਕੋ ਇੱਕ ਮਨੋਰਥ ਹੈ ਕਿ ਬਾਬਾ ਸਾਹਿਬ ਦੀਆਂ 3 ਗੱਲਾਂ ਤੇ ਕੰਮ ਕਰਨਾ। ਇੱਕ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਆਪਣੇ ਸਮਾਜ ਨਵਾਂ ਇਤਿਹਾਸ ਨਹੀਂ ਸਿਰ ਸਕਦਾ, ਇਸ ਕਰਕੇ ਅਸੀਂ ਆਪਣੇ ਸਮਾਜ ਨਾਲ ਜੋੜਦੇ ਹਾਂ। ਦੂਜਾ ਕੰਮ ਹੈ ਐਜੂਕੇਸ਼ਨ, ਕਿ ਬਾਬਾ ਸਾਹਿਬ ਦੇ ਜਿਹੜਾ ਸਾਡਾ ਸਮਾਜ ਐਜੂਕੇਸ਼ਨ ਤੇ ਪਿੱਛੇ ਰਹਿ ਗਿਆ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ। ਤੀਜਾ ਇਹ ਹੈ ਕਿ ਬਾਬਾ ਸਾਹਿਬ ਦੀ ਫਿਲਾਸਫੀ ਨਾਲ ਜੋੜਿਆ ਜਾਵੇ ਅਤੇ ਜੇ ਕਿਤੇ ਸਾਡੇ ਸਮਾਜ ਤੇ ਭੀੜ ਪੈਂਦੀ ਹੈ ਉਸ ਦਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ। ਇਹ ਸਾਡਾ ਮੁੱਖ ਏਜੰਡਾ ਅੰਬੇਡਕਰ ਸੈਨਾ ਮੂਲ ਨਿਵਾਸੀ ਦਾ ਜੀ। ਠੀਕ ਹੈ, ਧੰਨਵਾਦ ਜੀ।